हाँ, तो लूका का 7:1 से लेके 10 तक पढ़ो प्लीज। ਹਾਂਜੀ, ਜਦੋਂ ਯਿਸੂ ਆਪਣੀਆਂ ਸਾਰੀਆਂ ਗੱਲਾਂ ਲੋਕਾਂ ਤੱਕ ਪਹੁੰਚਾ ਚੁੱਕਾ ਤਾਂ ਉਹ ਕਫਰਨਾਹੂਮ ਵੱਲ ਗਿਆ। ਉੱਥੇ ਇੱਕ ਸੈਨਿਕ ਅਧਿਕਾਰੀ ਸੀ, ਉਸਦਾ ਨੌਕਰ ਬੜਾ ਬਿਮਾਰ ਸੀ ਅਤੇ ਮਰਨ ਕਿਨਾਰੇ ਸੀ। ਉਸਨੂੰ ਨੌਕਰ ਨਾਲ ਬੜਾ ਪਿਆਰ ਸੀ। ਜਦੋਂ ਅਧਿਕਾਰੀਆਂ ਨੂੰ ਯਿਸੂ ਬਾਰੇ ਪਤਾ ਲੱਗਿਆ, ਉਸਨੇ ਕੁਝ ਬਜ਼ੁਰਗ ਯਹੂਦੀ ਆਗੂਆਂ ਨੂੰ ਯਿਸੂ ਕੋਲ ਇਹ ਬੇਨਤੀ ਕਰਨ ਲਈ ਭੇਜਿਆ ਕਿ ਉਹ ਆਵੇ ਅਤੇ ਉਸਦੇ ਨੌਕਰ ਨੂੰ ਬਚਾਵੇ। ਆਮੀਨ। ਤਾਂ ਉਹ ਆਦਮੀ ਯਿਸੂ ਕੋਲ ਗਏ। ਉਹਨਾਂ ਨੇ ਅਧਿਕਾਰੀ ਦੀ ਮਦਦ ਕਰਨ ਲਈ ਯਿਸੂ ਅੱਗੇ ਬੇਨਤੀ ਕੀਤੀ ਅਤੇ ਕਿਹਾ ਕਿ ਉਹ ਸੱਚਮੁੱਚ ਤੇਰੀ ਸਹਾਇਤਾ ਦੇ ਕਾਬਿਲ ਹੈ। ਉਹ ਸਾਡੇ ਲੋਕਾਂ ਨੂੰ ਪਿਆਰ ਕਰਦਾ ਹੈ ਅਤੇ ਸਾਡੇ ਲਈ ਉਸਨੇ ਪ੍ਰਾਰਥਨਾ ਸਥਾਨ ਵੀ ਬਣਵਾਏ ਹੈ। ਆਮੀਨ। ਇਸ ਲਈ ਯਿਸੂ ਉਹਨਾਂ ਦੇ ਨਾਲ ਚਲਿਆ ਗਿਆ ਅਤੇ ਜਦੋਂ ਉਹ ਉਸਦੇ ਘਰ ਤੋਂ ਜ਼ਿਆਦਾ ਦੂਰ ਨਹੀਂ ਸੀ ਤਾਂ ਅਧਿਕਾਰੀਆਂ ਨੇ ਆਪਣੇ ਕੁਝ ਮਿੱਤਰਾਂ ਨੂੰ ਉਸਨੂੰ ਇਹ ਆਖਣ ਲਈ ਭੇਜਿਆ, ਪ੍ਰਭੂ ਤੁਸੀਂ ਇੱਥੇ ਆਉਣ ਦੀ ਤਕਲੀਫ ਨਾ ਕਰੋ, ਕਿਉਂਕਿ ਮੈਂ ਇਸ ਲਾਇਕ ਨਹੀਂ ਕਿ ਤੁਸੀਂ ਮੇਰੀ ਛੱਤ ਹੇਠਾਂ ਆਵੋ। ਇਸੇ ਕਾਰਨ ਮੈਂ ਆਪਣੇ ਆਪ ਨੂੰ ਤੁਹਾਡੇ ਕੋਲ ਆਉਣ ਦੇ ਕਾਬਿਲ ਨਹੀਂ ਸਮਝਿਆ, ਪਰ ਤੁਸੀਂ ਕੇਵਲ ਇੱਕ ਸ਼ਬਦ ਆਖੋ ਤਾਂ ਮੇਰਾ ਨੌਕਰ ਰਾਜੀ ਹੋ ਜਾਵੇਗਾ, ਕਿਉਂਕਿ ਮੈਂ ਖੁਦ ਆਪਣੇ ਤੋਂ ਉੱਚਿਆਂ ਦੇ ਅਧੀਨ ਕੰਮ ਕਰਦਾ ਹਾਂ। ਕੁਝ ਸਿਪਾਹੀ ਹਨ ਜੋ ਮੇਰੇ ਹੇਠਾਂ ਹਨ। ਜੇਕਰ ਮੈਂ ਕਿਸੇ ਨੂੰ ਆਖਦਾ ਹਾਂ ਜਾਂ ਤਾਂ ਉਹ ਹੋ ਜਾਂਦਾ, ਤੇ ਜੇਕਰ ਮੈਂ ਕਿਸੇ ਹੋਰ ਨੂੰ ਆਖਦਾ ਹਾਂ ਆ, ਉਹ ਆਉਂਦਾ ਹੈ, ਅਤੇ ਜੇਕਰ ਮੈਂ ਆਪਣੇ ਨੌਕਰ ਨੂੰ ਕਹਾਂ ਇਹ ਕਰ ਤਾਂ ਉਹ ਕਰਦਾ ਹੈ। ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਹੈਰਾਨ ਹੋਇਆ। ਯਿਸੂ ਉਹਨਾਂ ਲੋਕਾਂ ਵੱਲ ਮੁੜਿਆ ਜੋ ਉਸਦੇ ਹੁਕਮ ਮੰਨਦੇ ਸਨ ਅਤੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਅਜਿਹਾ ਵਿਸ਼ਵਾਸ ਤਾਂ ਮੈਂ ਇਜ਼ਰਾਈਲ ਵਿੱਚ ਵੀ ਨਹੀਂ ਵੇਖਿਆ। ਜਿਹੜੇ ਲੋਕ ਯਿਸੂ ਕੋਲ ਭੇਜੇ ਗਏ ਸਨ, ਜਦੋਂ ਉਹ ਘਰ ਨੂੰ ਵਾਪਸ ਚਲੇ ਗਏ ਤਾਂ ਉਹਨਾਂ ਨੇ ਵੇਖਿਆ ਕਿ ਨੌਕਰ ਰਾਜੀ ਹੋ ਗਿਆ ਸੀ। ਆਮੀਨ। Amen, amen, amen. So in this verses 1 to 10 ਬਹੁਤ ਕੁਛ ਹੈ। There is a lot ਇਹ ਜਿਹੜੀ ਲੂਕਾ ਦੀ ਇੰਜੀਲ ਹੈ, ਜਿਹੜੀ ਉਹਦਾ 7ਵਾਂ ਚੈਪਟਰ, ਉਹਦੀ 1 ਤੋਂ 10 ਆਇਤ ਦੇ ਵਿੱਚ ਬਹੁਤ ਕੁਛ ਹੈ, ਬਹੁਤ ਕੁਛ ਲਿਖਿਆ ਹੋਇਆ ਹੈ। First thing we see that this man is not an ordinary man, but he is a centurion, a subedar, a man with a very high post. ਇਸ ਕਹਾਣੀ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਅਸੀਂ ਦੇਖਦੇ ਹਾਂ ਕਿ ਜਿਹੜਾ ਇਹ ਇਨਸਾਨ ਸੀ, ਉਹ ਇੱਕ ਆਮ ਇਨਸਾਨ ਦੀ ਤਰ੍ਹਾਂ ਇਨਸਾਨ ਨਹੀਂ ਸੀਗਾ, ਬਲਕਿ ਉਹ ਇੱਕ ਉੱਚ ਅਹੁਦੇ ਦੇ ਉੱਤੇ ਸੀ, ਇੱਕ ਸੂਬੇਦਾਰ ਸੀਗਾ। So being a man in this position, he still looked for Jesus. This is very interesting. ਤੇ ਉਹ ਸੂਬੇਦਾਰ ਦੀ ਪੋਜੀਸ਼ਨ ਦੇ ਹੋਣ ਦੇ ਬਾਵਜੂਦ ਵੀ, ਸੂਬੇਦਾਰ ਹੋਣ ਦੇ ਬਾਵਜੂਦ ਵੀ ਉਹ ਪ੍ਰਭੂ ਯਿਸੂ ਮਸੀਹ ਨੂੰ ਲੱਭ ਰਿਹਾ ਸੀਗਾ। Because many people who in their high positions, they don't want God, they want their position, but this man was a very unique man. ਤੇ ਕਈ ਜਿਹੜੇ ਅੱਜ ਦੀ ਆਪਾਂ ਦੇਖ ਵੀ ਲੈਂਦੇ ਆ ਕਿ ਜਿਹੜੇ ਕਈ ਅਹੁਦਿਆਂ ਦੇ ਉੱਤੇ ਹੁੰਦੇ ਆ, ਉਹ ਹੋਣ ਦੇ ਬਾਵਜੂਦ ਕੀ ਉਹਨਾਂ ਨੂੰ ਜ਼ਰੂਰਤ ਨਹੀਂ ਹੁੰਦੀ ਕਿ ਉਹ ਪ੍ਰਭੂ ਯਿਸੂ ਮਸੀਹ ਨੂੰ ਜਾਣਨ ਜਾਂ ਪ੍ਰਭੂ ਯਿਸੂ ਮਸੀਹ ਨੂੰ ਦੇਖਣ। ਪਰ ਇਹ ਇੱਕੋ ਹੀ ਆਦਮੀ ਹੈ ਜਿਹੜੇ ਨੂੰ ਅਸੀਂ ਦੇਖਦੇ ਹਾਂ ਕਿ ਇੱਕ ਵੱਖਰਾ ਸੀਗਾ, ਕਿ ਸੂਬੇਦਾਰ ਹੋਣ ਦੇ ਬਾਵਜੂਦ ਵੀ ਉਹ ਪ੍ਰਭੂ ਯਿਸੂ ਮਸੀਹ ਨੂੰ ਲੱਭ ਰਿਹਾ ਸੀਗਾ। There's another good thing about this man, and that is that he really honored and loved his servant. ਤੇ ਸਭ ਤੋਂ ਵੱਡੀ ਗੱਲ ਤੇ ਵਧੀਆ ਗੱਲ ਇੱਕ ਹੋਰ ਹੈ ਇਸ ਕਹਾਣੀ ਦੇ ਵਿੱਚ, ਕਿ ਜਿਹੜਾ ਸੂਬੇਦਾਰ ਸੀ ਉਹ ਆਪਣੇ ਨੌਕਰਾਂ ਨੂੰ, ਜਿਹੜੇ ਉਹਦੇ ਕੋਲੇ ਕੰਮ ਕਰਦੇ ਸੀ, ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ। My prayer is that many in Cyprus, the employees will be like this man. ਤੇ ਮੇਰੀ ਪ੍ਰਾਰਥਨਾ ਹੈ ਕਿ ਸਾਈਪਰਸ ਦੇ ਵਿੱਚ ਵੀ ਜਿਹੜੇ ਕਈ EMPLOYER ਨੇ, ਮਾਲਕ ਨੇ, ਉਹ ਵੀ ਇਸ ਤਰ੍ਹਾਂ ਦੇ ਹੋਣ। That they will love their servants and they will respect them. ਕਿ ਉਹ ਉਹਨਾਂ ਨੂੰ ਪਿਆਰ ਕਰਨ, ਜੋ ਉਹਨਾਂ ਦੇ ਕੰਮ ਕਰਦੇ ਤਾਂ ਉਹਨਾਂ ਦੀ ਇੱਜ਼ਤ ਕਰਨ। And that will lead to the blessing of the nation of Cyprus, because the Cyprus employers are not really having a good testimony, in my opinion. ਅਗਰ ਉਹ ਇਸ ਤਰ੍ਹਾਂ ਕਰਨਗੇ ਤਾਂ ਉਹ ਪੂਰੇ ਦੇਸ਼ ਲਈ ਇੱਕ ਵਧੀਆ ਗੱਲ ਹੋਵੇਗੀ, ਇੱਕ ਬਲੇਸਿੰਗਸ ਦੀ ਗੱਲ ਹੋਗੀ, ਬਰਕਤ ਦੀ ਗੱਲ ਹੋਵੇਗੀ। ਪਰ ਅਸੀਂ ਦੇਖਦੇ ਹਾਂ ਕਿ ਸਾਈਪਰਸ ਦੇ ਵਿੱਚ ਜਿਹੜੇ EMPLOYER ਨੇ ਉਹ ਜ਼ਿਆਦਾ ਅੱਛੇ ਨਹੀਂ ਹੈਗੇ। So we move on to verse 3. In verse 3, it says that the centurion heard of Jesus and he sent some of the Jewish Yehudi elders to Jesus, requesting Jesus to come and visit his house because his servant was sick. ਤੇ ਅਗਰ ਤੀਸਰੀ ਆਇਤ ਦੇ ਵਿੱਚ ਅਸੀਂ ਦੇਖਦੇ ਹਾਂ ਜਾ ਕੇ, ਠੀਕ ਹੈ,
ਕਿ ਜਦੋਂ ਸੂਬੇਦਾਰ ਨੇ ਇੱਕ ਗੱਲ ਨੂੰ ਸੁਣਿਆ ਕਿ ਯਿਸੂ ਮਸੀਹ ਦੇ ਆਸ-ਪਾਸ ਹੈ, ਤਾਂ ਉਹਨੇ ਜਿਹੜੇ ਯਹੂਦੀ ਐਲਡਰ ਸੀਗੇ ਉਸ ਸਮੇਂ ਦੇ ਬਜ਼ੁਰਗ ਸੀ, ਉਹਨਾਂ ਨੂੰ ਯਿਸੂ ਮਸੀਹ ਦੇ ਕੋਲੇ ਭੇਜਿਆ ਕਿ ਉਹ ਆਵੇ। Now we must look at verse 3 in a very deep, gehri tarike se, because there is something so important here that will also help us to understand how the breakthrough came as well for his servant. ਤੇ ਹੁਣ ਅਸੀਂ ਇਸ ਦੇ ਵਿੱਚ ਆਇਤਾਂ ਦੇ ਵਿੱਚ ਇੱਕ ਬੜੀ ਗਹਿਰਾਈ ਦੇ ਨਾਲ ਇੱਕ ਖਾਸ ਚੀਜ਼ ਨੂੰ ਦੇਖਾਂਗੇ ਕਿ ਜਿਹੜਾ ਸੂਬੇਦਾਰ ਦਾ ਨੌਕਰ ਸੀ, ਉਹਦਾ ਜਿਹੜਾ ਬ੍ਰੇਕ ਥਰੂ, ਉਹਦਾ ਜਿਹੜਾ ਛੁਟਕਾਰਾ ਸੀਗਾ, ਚੰਗਿਆਈ ਸੀ, ਉਹ ਕਿਸ ਤਰ੍ਹਾਂ ਉਹਨੇ ਪਾਈ। Though this man looked for Jesus, though this man loved his servant, but I believe his faith was not quite high up, because here he's asking Jesus to come to his house, which is all good, but I'm going to take you further and you will see what I'm trying to say. ਇਹ ਗੱਲ ਅੱਛੀ ਹੈ ਕਿ ਉਹ ਆਪਣੇ ਜਿਹੜਾ ਕੀ ਹੈ ਪਿਆਰ ਕਰਦਾ ਸੀ ਆਪਣੇ ਲੋਕਾਂ ਨੂੰ, ਠੀਕ ਹੈ, ਆਪਣੇ ਨੌਕਰਾਂ ਨੂੰ, ਉਹਦੀ ਹਰ ਇੱਕ ਗੱਲ ਚੰਗੀ ਵੀ ਸੀਗੀ, ਪਰ ਇਹਦੇ ਵਿੱਚ ਇੱਕ ਖਾਸ ਚੀਜ਼ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜਾ ਉਹਦੀ ਨਿਸ਼ਚਾ ਸੀ, ਉਹਦਾ ਜਿਹੜਾ ਵਿਸ਼ਵਾਸ ਸੀ, ਉਹ ਵੀ ਬਹੁਤ ਵੱਡਾ ਸੀਗਾ, ਜਿੱਥੇ ਉਹਨੇ ਕਿਹਾ ਕਿ ਯਿਸੂ ਮਸੀਹ ਨੂੰ ਕਿ ਘਰੇ ਆਵੇ। ਪਰ ਆਪਾਂ ਅੱਗੇ देखते हैं कि होया की। हाँ, वड्डा सी, लेकिन उतना वड्डा भी नहीं था, क्योंकि जब हम आगे जाएंगे तो फिर उसका विश्वास और बढ़ जाएगा। यू आर डूइंग वेल, ओके, कोई गल नहीं। हाँ, तो वर्स 4 में लिखा है कि when they reached Jesus, they begged him to come. जो यहूदी एल्डर्स गए थे, they went to him and they begged him, बिनती किया, भीख मांग के, to come to the house to see the servant. ਤੇ ਜਦੋਂ ਜਿਹੜੇ ਯਹੂਦੀ ਜਿਹੜੇ ਬਜ਼ੁਰਗ ਸੀਗੇ ਜਿਨ੍ਹਾਂ ਨੂੰ ਭੇਜਿਆ ਗਿਆ ਸੀਗਾ ਪ੍ਰਭੂ ਯਿਸੂ ਮਸੀਹ ਦੇ ਕੋਲੇ, ਤੇ ਉਹ ਪ੍ਰਭੂ ਯਿਸੂ ਮਸੀਹ ਦੇ ਕੋਲੇ ਇੱਕ ਬੇਨਤੀ ਦੇ ਨਾਲ ਆਏ। ਉਹਨਾਂ ਨੇ ਬਹੁਤ ਬੇਨਤੀ, ਇੱਕ ਮਿੰਨਤ ਕੀਤੀ ਉਹਨਾਂ ਨੂੰ ਕਿ ਪ੍ਰਭੂ ਯਿਸੂ ਮਸੀਹ ਉਹਨਾਂ ਦੇ ਘਰੇ ਆਵੇ ਤੇ ਉਸ ਨੌਕਰ ਨੂੰ ਚੰਗਾ ਕਰੇ। And they came with his CV. They told he loves our nation in verse 5. He has built synagogues for us. So maybe these elders were trying to twist the hand of Jesus and make him convince, please come because of this and because of that. ਕਿਉਂਕਿ ਜਿਹੜੇ ਉਹ ਸਰਵੈਂਟ ਸੀਗੇ, ਜਿਹੜੇ ਬਜ਼ੁਰਗ ਭੇਜੇ ਗਏ ਸੀ, ਉਹ ਇਸ ਤਰ੍ਹਾਂ ਉਸ ਪ੍ਰਭੂ ਯਿਸੂ ਮਸੀਹ ਨੂੰ ਜਾ ਕੇ ਕਹਿ ਰਹੇ ਸੀ, ਜਿਹੜਾ ਸਾਡਾ ਸੂਬੇਦਾਰ ਜਾਂ ਇਹ ਸਾਡਾ ਕੀ ਆ, ਬਹੁਤ ਸਾਨੂੰ ਪਿਆਰ ਕਰਦਾ, ਸਾਡੇ ਦੇਸ਼ ਨੂੰ ਬੜਾ ਪਿਆਰ ਕਰਦਾ। ਕਹਿਣ ਦਾ ਮਤਲਬ ਕੀ ਸੀ ਕਿ ਉਹ ਉਹਨੂੰ ਪ੍ਰਭਾਵਿਤ ਕਰ ਰਹੇ ਸੀ ਕਿ ਉਹ ਸਾਡੇ ਤੋਂ ਖੁਸ਼ ਹੋ ਜਾਵੇ ਤੇ ਸਾਡੇ ਨਾਲ ਚੱਲ ਪਵੇ ਪ੍ਰਭੂ ਯਿਸੂ। And it is all good. He had got more qualities to him. He loved the nation because Israel was not his nation. He was a Roman soldier or centurion, subedar, and he even had built synagogues, like churches for the Israelis. So he's really a good man. ਇਹ ਗੱਲ ਸੱਚੀ ਹੈ ਕਿ ਉਹ ਸੱਚਮੁੱਚ ਜਿਹੜਾ ਕੀ ਸੀਗਾ, ਨੇਸ਼ਨਸ ਨੂੰ, ਦੇਸ਼ ਨੂੰ ਪਿਆਰ ਕਰਨ ਵਾਲਾ ਸੀ। ਕਿਉਂਕਿ ਉਹ ਇਜ਼ਰਾਈਲੀ ਵੀ ਨਹੀਂ ਸੀਗਾ, ਬਟ ਉਹ ਇਸਰਾਈਲੀਆਂ ਨੂੰ ਫਿਰ ਵੀ ਪਿਆਰ ਕਰਦਾ ਸੀ। ਉਹ ਇੱਕ ਰੋਮਨ ਸੀਗਾ, ਇੱਕ ਰੋਮਨ ਸੂਬੇਦਾਰ ਸੀ, ਸੋਲਜਰ ਸੀਗਾ, ਸਿਪਾਹੀ ਸੀਗਾ, ਬਟ ਉਸਦੇ ਬਾਵਜੂਦ ਵੀ ਉਹਦੇ ਵਿੱਚ ਇੱਕ ਅੱਛੀ ਗੱਲ ਸੀਗੀ ਕਿ ਉਹਨਾਂ ਨੂੰ ਪਿਆਰ ਕਰਦਾ ਸੀਗਾ। So I think this also teaches us that we are in Cyprus, you are in Cyprus, that you need to love the nation of Cyprus, and I am in England. I'm Indian, but I need to love the nation where God has put me. This is very important. ਇਹ ਗੱਲ ਇੱਕ ਅੱਛੀ ਹੈ ਕਿ ਜਿਵੇਂ ਕਿ ਸਾਨੂੰ ਨੇਸ਼ਨਸ ਨੂੰ ਪਿਆਰ ਕਰਨਾ ਚਾਹੀਦਾ ਹੈ, ਕਿ ਜਿਵੇਂ ਕਿ ਅਸੀਂ ਸਾਈਪਰਸ ਦੇ ਨਹੀਂ ਆ, ਜਿਵੇਂ ਪਾਸਟਰ ਜੀ ਇੱਥੇ ਆਉਂਦੇ ਨੇ, ਪਿਆਰ ਕਰਦੇ ਨੇ ਉਹ ਹਰ ਇੱਕ ਨੂੰ, ਤੇ ਇਹ ਉਹਨਾਂ ਦਾ ਹੱਕ ਹੈ, ਜਿਵੇਂ ਕਿ ਸੂਬੇਦਾਰ ਨੇ ਕੀਤਾ ਸੀ ਉਸ ਤਰ੍ਹਾਂ। There might be many things we might not agree and might not like of the culture, but still we should love the nation that God has put us in. ਤੇ ਸਾਨੂੰ ਹਮੇਸ਼ਾ ਜਿਹੜਾ ਕੀ ਆ ਨੇਸ਼ਨਸ ਨੂੰ ਪਿਆਰ ਕਰਨਾ ਚਾਹੀਦਾ। ਜਸਟ 1 ਮਿੰਟ ਬਤਾ। Yeah, that's fine. ਕੀ ਕਰਨਾ? ਚੱਲ ਕਰਿਓ ਨੇ ਦੀ ਗੱਲ। Yes brother. हाँ, it's important to love the nation that God has put us in. ਤੇ ਇਹ ਬੜੀ ਜ਼ਰੂਰੀ ਗੱਲ ਹੈ ਕਿ ਜਿੱਥੇ ਸਾਨੂੰ ਜਿਹੜੇ ਦੇਸ਼ ਦੇ ਵਿੱਚ ਸਾਨੂੰ ਪਰਮੇਸ਼ਰ ਨੇ ਪਾਇਆ ਹੈ ਕਿ ਅਸੀਂ ਉਸ ਨੇਸ਼ਨ ਨੂੰ ਪਿਆਰ ਕਰੀਏ, ਉਸ ਦੇਸ਼ ਨੂੰ ਪਿਆਰ ਕਰੀਏ। Amen, amen. So you remember in verse 3 that he had requested, binti kiya tha, to come to his house. Now look what happens in verse 5, in verse 6.
ਹੁਣ ਦੇਖੋ ਜਿਹੜੀ 5ਵੀਂ ਜਾਂ 4ਥੀ ਆਇਤ ਦੇ ਵਿੱਚ ਕੀ ਸੀਗਾ ਕਿ ਉਹਨਾਂ ਨੇ ਬੇਨਤੀ ਕੀਤੀ ਸੀਗੀ ਪ੍ਰਭੂ ਯਿਸੂ ਮਸੀਹ ਨੂੰ ਕਿ ਉਹ ਉਹਨਾਂ ਦੇ ਘਰ ਆਵੇ। ਪਰ ਹੁਣ ਅਸੀਂ ਜਿਹੜੀ 6ਵੀਂ ਆਇਤ ਹੈ ਉਸ 6ਵੀਂ ਆਇਤ ਦੇ ਵਿੱਚ ਦੇਖਦੇ ਹਾਂ ਪਰ ਹੋਇਆ ਕੀ ਐਕਚੁਅਲੀ। Sorry, not in Shei, but in 7, number 7. Okay, but Okay. 6 is leading us to 7. Okay, hallelujah. Yeah. So 7ਵੀਂ ਆਇਤ ਦੇ ਵਿੱਚ ਦੇਖਾਂਗੇ ਹੁਣ ਅਸੀਂ। And we see here that when the Yehudi Jewish elders, Bezurg, when they went to Jesus, Jesus was not far from the house, and Jesus decided to now to come to the house. This is very interesting. ਤੇ ਹੁਣ ਇਹ ਬੜੀ ਇੱਕ ਖਾਸ ਤੇ ਇੰਟਰਸਟਿੰਗ ਗੱਲ ਹੈ, ਜਦੋਂ ਉਹ ਜਿਹੜੇ ਯਹੂਦੀ ਬਜ਼ੁਰਗ ਗਏ ਸੀ ਉਹਨਾਂ ਨੂੰ ਮਨਾਉਣ ਦੇ ਲਈ, ਪ੍ਰਭੂ ਯਿਸੂ ਮਸੀਹ ਨੂੰ ਉੱਥੇ ਬੁਲਾਉਣ ਦੇ ਲਈ, ਤਾਂ ਜਦੋਂ ਪ੍ਰਭੂ ਯਿਸੂ ਮਸੀਹ ਹਰ ਇੱਕ ਚੀਜ਼ ਨੂੰ ਮੰਨਿਆ, ਉਹਨਾਂ ਨੇ ਸਮਝਿਆ ਤੇ ਉਹ ਬਿਲਕੁਲ ਤਿਆਰ ਹੋ ਗਏ ਕਿ ਹਾਂ ਉਹਨਾਂ ਦੇ ਨਾਲ ਚੱਲਣ ਦੇ ਲਈ ਬਿਲਕੁਲ ਰੈਡੀ ਹੋ ਗਏ। ਪਰ ਉਸ ਤੋਂ ਬਾਅਦ ਹੋਇਆ ਕੀ ਉਹ ਦੇਖਦੇ ਹੋ। So Jesus starts walking to the house of the centurion. ਤੇ ਪ੍ਰਭੂ ਯਿਸੂ ਮਸੀਹ ਕੀ ਤੁਰਨ ਲੱਗੇ ਸੂਬੇਦਾਰ ਦਾ ਜਿਹੜਾ ਘਰ ਸੀ ਉਹਦੇ ਘਰ ਵੱਲ ਨੂੰ। And in verse 6, now look what the Subedar, the centurion says, Lord, do not trouble, for I am not sufficient and worthy to have you come under my roof, or mere ghar mein aane ke liye. ਸੂਬੇਦਾਰ ਜਦੋਂ ਪ੍ਰਭੂ ਯਿਸੂ ਮਸੀਹ ਸੂਬੇਦਾਰ ਦੇ ਘਰ ਨੂੰ ਜਾ ਰਿਹਾ ਸੀ, ਸੂਬੇਦਾਰ ਉਸਨੂੰ ਰਾਹ ਦੇ ਵਿੱਚ ਰੋਕ ਕੇ ਹੀ ਕਹਿਣ ਲੱਗਾ ਕਿ ਪ੍ਰਭੂ ਯਿਸੂ ਮਸੀਹ ਮੈਂ ਇਸ ਕਾਬਲ ਨਹੀਂ ਆ ਕਿ ਤੁਸੀਂ ਮੇਰੇ ਘਰ ਆਓ, ਜਾਂ ਮੇਰੀ ਇੰਨੀ ਔਕਾਤ ਨਹੀਂ ਕਿ ਤੁਸੀਂ ਮੇਰੇ ਘਰ ਦੇ ਵਿੱਚ ਆਓ। Wow, I really like this. I have read this so many times, but I never picked this up, because in the beginning, in verse 3, he made a request, a binti, please come, my servant is sick. And we know that he loves his servant. We know that this man is a good man. ਦੇਖੋ ਇਹ ਵਰਸ ਹੈ ਜਿਹੜੀ ਪਾਸੀ ਕਹਿੰਦੇ ਮੈਨੂੰ ਬੜੀ ਪਸੰਦ ਆ। ਉਹ ਪਸੰਦ ਕਿਉਂ ਆ? ਇਹਦੇ ਵਿੱਚੋਂ ਇੱਕ ਖਾਸ ਚੀਜ਼ ਇਹ ਦੇਖਣ ਵਾਲੀ ਹੈ ਕਿ ਤੀਸਰੀ ਆਇਤ ਦੇ ਵਿੱਚ ਉਹਨਾਂ ਨੇ ਬੇਨਤੀ ਕੀਤੀ ਸੀ ਪ੍ਰਭੂ ਯਿਸੂ ਮਸੀਹ ਨੂੰ ਕਿ ਉਹ ਉਹਨਾਂ ਦੇ ਘਰ ਆਵੇ, ਪਰ ਹੁਣ ਕੀ ਕਿਹਾ ਜਾ ਰਿਹਾ ਕਿ ਇਹ ਸਾਡੀ ਔਕਾਤ ਨਹੀਂ ਹੈਗੀ ਕਿ ਤੁਸੀਂ ਸਾਡੇ ਘਰ ਆਓ। In verse 7, again he says, I do not consider myself worthy to come to you. इसका मतलब ये भी that I'm not worthy for you to come, neither am I worthy to come to you. In other words, he's recognizing that he's a sinner. I believe that he's not worthy. आपको पता है ना worthy? Yeah. ਤੇ ਉਹ ਮਤਲਬ ਵੀ ਜਿਵੇਂ ਉਹ ਕਹਿ ਰਿਹਾ ਸੀਗਾ, ਠੀਕ ਹੈ, ਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਉਹ ਕਹਿ ਰਿਹਾ ਸੀਗਾ ਕਿ ਉਹ ਇਸ ਤਰ੍ਹਾਂ ਕਹਿ ਰਿਹਾ ਸੀ, ਸ਼ਾਇਦ ਹੋ ਸਕਦਾ ਉਹਦੇ ਮਨ ਦੇ ਵਿੱਚ ਸੀ, ਉਹ ਆਪਣੇ ਆਪ ਨੂੰ ਕਹਿ ਰਿਹਾ ਸੀਗਾ ਉਹਦੇ ਮਨ ਦੇ ਵਿੱਚ ਕਿ ਉਹ ਪਾਪੀ ਸੀ, ਇਸ ਕਰਕੇ ਸ਼ਾਇਦ ਉਹ ਕਹਿ ਰਿਹਾ ਸੀਗਾ ਕਿ ਮੈਂ ਇਸ ਯੋਗ ਨਹੀਂ ਆ, ਜਾਂ ਇਸ ਯੋਗ ਮੇਰੀ ਔਕਾਤ ਨਹੀਂ ਹੈ ਕਿ ਤੁਸੀਂ ਆਪਣੇ ਆਪ ਨੂੰ ਤਕਲੀਫ ਦੇ ਕੇ ਮੇਰੇ ਕੋਲ ਮੇਰੇ ਘਰ ਆਓ। ਹਾਂ, and I think this is another very very good attitude of this man. ਤੇ ਇਹ ਵੀ ਮੈਨੂੰ ਇੱਕ ਜਿਹੜਾ ਉਹਦਾ ਰਵੱਈਆ ਸੀਗਾ ਮੈਨੂੰ ਬੜਾ ਵਧੀਆ ਲੱਗਾ ਕਿ ਜੋ ਉਹਦਾ ਰਵੱਈਆ ਸੀ ਜੋ ਉਹਨੇ ਕਿਹਾ ਉਸ ਸਮੇਂ ਤੇ। And I believe this is an attitude, ਰਵੱਈਆ of humbleness. ਤੇ ਇਹ ਜਿਹੜਾ ਉਹਦਾ ਰਵੱਈਆ ਸੀਗਾ ਸੂਬੇਦਾਰ ਦਾ, ਇਹ ਬੜਾ ਇੱਕ ਹੰਬਲ ਹੋਣ ਵਾਲਾ, ਇੱਕ ਨਿਮਰ ਹੋ ਕੇ ਕਹਿਣ ਵਾਲਾ ਰਵੱਈਆ ਸੀਗਾ। Amen. So we can learn so many things about this Subedar, that he was a man full of love for his servant, a man who loved the nation, a man who built synagogues, a man who was humble, a man who had faith as well. ਤੇ ਅਸੀਂ ਇਸ ਸੂਬੇਦਾਰ ਦੀ ਕਹਾਣੀ ਦੇ ਵਿੱਚੋਂ ਬੜਾ ਕੁਝ ਦੇਖਦੇ ਹਾਂ ਕਿ ਜਿਹੜਾ ਸੂਬੇਦਾਰ ਸੀ ਉਹਦੇ ਵਿੱਚ ਬੜੀਆਂ ਹੀ ਜ਼ਿਆਦਾ ਜਿਹੜੀਆਂ ਗੱਲਾਂ ਸੀਗੀਆਂ। ਉਹਦੇ ਵਿੱਚੋਂ ਪਹਿਲੀ ਗੱਲ ਇਹ ਸੀ ਕਿ ਉਹ ਆਪਣੇ ਨੌਕਰ ਨੂੰ ਪਿਆਰ ਕਰਦਾ ਸੀਗਾ, ਜਿਹੜੇ ਸਰਵੈਂਟ ਉਹਦੇ ਕੰਮ ਕਰਦੇ ਸੀ। ਦੂਸਰੀ ਗੱਲ ਇਹ ਸੀਗਾ ਕਿ ਉਹ ਦੇਸ਼ ਨੂੰ ਵੀ ਪਿਆਰ ਕਰਦਾ ਸੀਗਾ। ਤੀਸਰੀ ਗੱਲ ਇਹ ਵੀ ਸੀ ਕਿ ਉਹਨੇ ਉਸ ਦੇਸ਼ ਨੂੰ ਬਣਾਇਆ, ਠੀਕ ਹੈ, ਤੇ ਉਹਦਾ ਜਿਹੜਾ ਵਿਸ਼ਵਾਸ ਸੀਗਾ ਉਹ ਵਿਸ਼ਵਾਸ ਵੀ ਉਹਦਾ ਬਹੁਤ ਜ਼ਿਆਦਾ ਪੱਕਾ ਸੀ। ਤੇ ਜਿਹੜੀ ਉਹਦੇ ਵਿੱਚ ਖਾਸ ਗੱਲ ਅਸੀਂ ਹੋਰ ਦੇਖਦੇ ਹਾਂ ਕਿ ਉਹਦਾ ਜਿਹੜਾ ਸੁਭਾਅ ਸੀ, ਰਵੱਈਆ ਸੀ, ਉਹ ਵੀ ਬੜਾ ਨਿਮਰ ਹੋਣ ਵਾਲਾ ਸੀਗਾ। Amen. In our church, in Punjabi church, we try to teach our people to pray for Cyprus. Of course, we can't build churches. We need one for ourselves. But we pray for Cyprus because we believe there is power in praying for Cyprus, because God has put you. Of course, I also consider myself very much part of this as well, even though I'm in England. We pray for Cyprus. ਇਸੇ ਕਰਕੇ ਜਿਹੜੀ ਹਾਊਸ ਆਫ ਗਲੋਰੀ ਪੰਜਾਬੀ ਚਰਚ ਅਸੀਂ ਸਭ ਨੂੰ ਇਹ ਸਿਖਾਉਂਦੇ ਆ ਕਿ ਉਹ ਜਿਹੜੇ ਪ੍ਰਾਰਥਨਾ ਜਿਹੜੀਆਂ ਸਾਈਪਰਸ ਦੇ ਲਈ ਕਰੋ। ਇਹ ਨਹੀਂ ਕਿ ਅਸੀਂ ਬਹੁਤ ਸਾਰੀਆਂ ਚਰਚਿਸ ਬਣਾਉਣਾ ਚਾਹੁੰਦੇ ਇੱਥੇ, ਇਸ ਕਰਕੇ ਨਹੀਂ,
ਬਲਕਿ ਅਸੀਂ ਸਾਡੀ ਇੱਕ ਚਰਚ ਹੈ, ਅਸੀਂ ਚਾਹੁੰਦੇ ਹਾਂ ਕਿ ਸਾਈਪਰਸ ਲਈ ਪ੍ਰਾਰਥਨਾ ਕੀਤੀ ਜਾਵੇ, ਜਿੱਥੇ ਸਾਨੂੰ ਠਹਿਰਾਇਆ ਗਿਆ, ਜਿਵੇਂ ਕਿ ਪਾਸਟਰ ਜੋਨੀ ਚਾਹੇ ਇੰਗਲੈਂਡ ਦੇ ਵਿੱਚ ਹੀ ਕਿਉਂ ਨਹੀਂ ਬੈਠੇ, ਪਰ ਉਹ ਫਿਰ ਵੀ ਕਿ ਸਾਈਪਰਸ ਦੇ ਲਈ ਪ੍ਰਾਰਥਨਾ ਕਰਦੇ ਨੇ, ਇਹੋ ਉਹ ਆਪਣੇ ਲੋਕਾਂ ਨੂੰ ਸਿਖਾਉਂਦੇ ਹੈਗੇ। Amen, amen. And so now we come to the breakthrough. ਤੇ ਹੁਣ ਅਸੀਂ ਉਸ ਛੁਟਕਾਰੇ ਦੇ ਵੱਲ, ਉਸ ਚੰਗਿਆਈ ਦੇ ਵੱਲ ਜਾਵਾਂਗੇ ਜੋ ਉਸ ਦੇ ਨੌਕਰ ਦੇ ਨਾਲ ਹੋਈ ਸੀਗੀ, ਕਿ ਉਹ In ਕਿਸ ਤਰ੍ਹਾਂ verse ਹੋਈ। in verse 8, he realizes that he is a man, not realizes, he knows he's a man with authority, and when he says one word to his soldiers, that is done, they have to do it. And he understands the authority of Jesus, that if Jesus said now to speak one word, that his servant would be healed. ਤੇ ਦੇਖੋ ਇੱਥੇ ਹੁਣ 8ਵੇਂ ਵਰਸ ਦੇ ਵਿੱਚ ਅਸੀਂ ਕੀ ਦੇਖਦੇ ਹਾਂ, ਅਸੀਂ ਅਧਿਕਾਰਾਂ ਦੇ ਬਾਰੇ ਦੇਖਦੇ ਹਾਂ। ਅਧਿਕਾਰਾਂ ਦੇ ਬਾਰੇ ਸੂਬੇਦਾਰ ਨੂੰ ਬਿਹਤਰ ਪਤਾ ਸੀ, ਜਿਵੇਂ ਅਸੀਂ ਕਹਾਣੀ 'ਚ ਪੜ੍ਹਦੇ ਹਾਂ, ਸੂਬੇਦਾਰ ਜਿਵੇਂ ਆਪਣੇ ਨੌਕਰਾਂ ਨੂੰ ਕਹਿੰਦਾ ਸੀ, ਉਹ ਇੱਕ ਸ਼ਬਦ ਕਹਿੰਦਾ ਸੀ, ਉਹਦੇ ਨੌਕਰ ਉਸੇ ਤਰ੍ਹਾਂ ਕਰਦੇ ਸੀ। ਉਸੇ ਤਰ੍ਹਾਂ ਹੀ ਸੂਬੇਦਾਰ ਨੂੰ ਪ੍ਰਭੂ ਯਿਸੂ ਮਸੀਹ ਦੇ ਅਧਿਕਾਰਾਂ ਦੇ ਬਾਰੇ ਬਖੂਬੀ ਪਤਾ ਸੀਗਾ ਕਿ ਅਗਰ ਉਹ ਇੱਕ ਸ਼ਬਦ ਵੀ ਬੋਲ ਦੇਵੇਗਾ ਤਾਂ ਉਹ ਬਹੁਤ ਹੈ ਉਹਨਾਂ ਦੇ ਨੌਕਰ ਦੇ ਲਈ। But this took a little time for him to grow into this, because in verse 3 he requested to come. He did not say speak a word and my servant will be healed. It took a time, and I believe that is where we all need to come to, that we need to grow in faith and not just be in a place of making bintiya or requests all the time. ਇਹ ਜਿਹੜੀਆਂ ਚੀਜ਼ਾਂ ਨੇ ਕੀ ਹੈ, ਉਹਦੀ ਸੂਬੇਦਾਰ ਦੀ ਜ਼ਿੰਦਗੀ 'ਚ ਟਾਈਮ ਲਿਆ। ਜਦੋਂ ਪਹਿਲੀ ਤੀਸਰੀ ਐਡ ਦੇ ਵਿੱਚ ਅਸੀਂ ਦੇਖਦੇ ਹਾਂ, ਪਹਿਲੀਆਂ ਦੇ ਵਿੱਚ ਹੀ ਨਹੀਂ ਸੀਗਾ ਕਿ ਉਹਨੇ ਇਹ ਕਿਹਾ ਸੀਗਾ ਕਿ ਤੂੰ ਇੱਕ ਸ਼ਬਦ ਪ੍ਰਭੂ ਯਿਸੂ ਮਸੀਹ ਬੋਲੇਗਾ ਤੇ ਚੰਗਾ ਹੋ ਜਾਊਗਾ, ਨਹੀਂ, ਬਲਕਿ ਉਹਨੇ ਤੀਸਰੇ ਵਰਸ ਦੇ ਵਿੱਚ ਪਹਿਲਾਂ ਇਹ ਕਿਹਾ ਸੀਗਾ, ਬੇਨਤੀ ਕੀਤੀ ਪ੍ਰਭੂ ਯਿਸੂ ਮਸੀਹ ਨੂੰ ਘਰ ਆਉਣ ਦੇ ਲਈ। ਪਰ ਉਸ ਤੋਂ ਬਾਅਦ ਕਿ ਉਸ ਚੀਜ਼ ਨੇ ਸਮਾਂ ਲਿਆ, ਕਿ ਸਮਾਂ ਉਸੇ ਤਰ੍ਹਾਂ ਸਾਡਾ ਹੁੰਦਾ ਹੈ ਕਿ ਸਾਨੂੰ ਵੀ ਸਮਾਂ ਆਪਣਾ ਜਿਹੜਾ ਫੇਥ ਦੇ ਵਿੱਚ ਵਧੇ ਰਹਿਣ ਦੀ ਤੇ ਵਧਾਉਣ ਦੀ ਜ਼ਰੂਰਤ ਹੁੰਦੀ ਹੈ, ਤਾਂ ਕਿ ਅਸੀਂ ਹਰ ਸਮੇਂ ਬੇਨਤੀ ਨਾ ਕਰੀਏ। ਜਿਵੇਂ ਸੂਬੇਦਾਰ ਨੇ ਸ਼ੁਰੂ 'ਚ ਬੇਨਤੀ ਕੀਤੀ, ਪਰ ਉਸ ਤੋਂ ਬਾਅਦ ਉਸ ਚੀਜ਼ ਦੀ ਗਰੋ ਉਸ ਦੇ ਵਿੱਚ ਹੋਇਆ ਕਿ ਉਹਨੇ ਕਿਹਾ ਕਿ ਇੱਕ ਸ਼ਬਦ ਹੀ ਬੋਲਿਆ ਜਾਵੇ। Amen. So I believe we all need to grow from a place of making requests to a place of saying to the Lord, Lord, in Jesus' name, Lord, you do it, you speak one word, and we believe that it will be done. ਤੇ ਇਸੇ ਕਰਕੇ ਸਾਨੂੰ ਵੀ ਉਸੇ ਤਰ੍ਹਾਂ ਹੀ ਬੇਨਤੀਆਂ ਜਿਹੜੀਆਂ ਨੇ ਬੰਦ ਕਰਨੀਆਂ ਚਾਹੀਦੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ, ਠੀਕ ਹੈ, ਕਿ ਸਾਨੂੰ ਇਹ ਨਹੀਂ ਕਰਨੀਆਂ ਚਾਹੀਦੀਆਂ ਕਿ ਹਾਂ ਇਹ ਚੀਜ਼ ਹੋਊਗੀ, ਬਲਕਿ ਸਾਨੂੰ ਇਹ ਕਰਨਾ ਚਾਹੀਦਾ ਕਿ ਅਸੀਂ ਇੱਕ ਸ਼ਬਦ ਬੋਲੀਏ ਤੇ ਕਹੀਏ ਪ੍ਰਭੂ ਯਿਸੂ ਮਸੀਹ ਤੇਰੇ ਨਾਮ ਦੇ ਵਿੱਚ ਪੂਰਾ ਹੋ ਜਾਵੇ। Now, please do not think that the issue was a small one. The servant was at the point of death, the Bible says. Very serious matter. ਜਿਹੜੀ ਬਾਈਬਲ ਦੀ ਕਹਾਣੀ ਦੇ ਵਿੱਚ ਅਸੀਂ ਦੇਖੀਏ ਤਾਂ ਜਿਹੜਾ ਸੂਬੇਦਾਰ ਦਾ ਨੌਕਰ ਸੀ, ਉਹ ਇਸ ਮੋੜ ਦੇ ਉੱਤੇ ਪਹੁੰਚਿਆ ਹੋਇਆ ਸੀਗਾ ਕਿ ਉਹ ਬਿਲਕੁਲ ਮਰਨ ਦੇ ਕੰਢੇ ਸੀਗਾ। So today your situation might be like this, especially Bian Kaur has been telling me about her situation. It's all finished. There's only one chance, last chance for appeal, for whatever. And maybe others are also in that place of last chance. ਤੇ ਹੋ ਸਕਦਾ ਅੱਜ ਜਿਵੇਂ ਹਾਲਾਤ ਨੇ ਤੁਹਾਡੇ, ਜਿਵੇਂ ਉਹ ਨੌਕਰ ਦੇ ਹਾਲਾਤ ਸੀ, ਬਿਲਕੁਲ ਲਾਸਟ ਚਾਂਸ ਉਹਦੇ ਕੋਲੇ, ਮਰਨ ਦੇ ਕੰਢੇ ਸੀਗਾ ਬਿਲਕੁਲ। ਬਟ ਜਿਵੇਂ ਕਿ ਸਿਸਟਰ ਬੇਅੰਤ ਕੌਰ ਨੇ ਜਾਂ ਹੋਰ ਵੀ ਸਿਸਟਰਸ ਨੇ ਜੋ ਜੇਲ੍ਹ ਦੇ ਵਿੱਚ ਨੇ, ਉਹਨਾਂ ਨੇ ਦੱਸਿਆ ਹੋਵੇ ਕਿ ਉਹਨਾਂ ਕੋਲ ਬਿਲਕੁਲ ਆਖਰੀ ਹੀ ਜਿਹੜਾ ਮੌਕਾ ਹੈ, ਠੀਕ ਹੈ, ਤੇ ਆਖਰੀ ਮੌਕਾ ਕਿ ਉਹ ਉਹਨਾਂ ਚੀਜ਼ਾਂ ਨੂੰ ਕਰ ਸਕਣ, ਠੀਕ ਹੈ। ਹੋ ਸਕਦਾ ਤੁਹਾਡੇ ਹਾਲਾਤ ਵੀ ਉਸੇ ਤਰ੍ਹਾਂ ਦੇ ਹੋਣ ਜਿਵੇਂ ਨੌਕਰ ਦੇ ਸੀਗੇ। Amen. And in verse 9, then Jesus says, wow, I'm surprised. मैं हैरान हो गया. I'm surprised that this man has got so much of faith, and I have not seen anyone in the whole of Israel with a faith like this man. ਤੇ ਜਦੋਂ ਉਸ ਸੂਬੇਦਾਰ ਨੇ ਪ੍ਰਭੂ ਯਿਸੂ ਮਸੀਹ ਨੂੰ ਕਿਹਾ ਕਿ ਤੂੰ ਇੱਕ ਸ਼ਬਦ ਹੀ ਬੋਲ ਦੇ ਕਿ ਮੇਰਾ ਨੌਕਰ ਚੰਗਾ ਹੋ ਜਾਵੇ, ਇਸ ਚੀਜ਼ ਨੂੰ ਸੁਣ ਕੇ ਜਿਹੜਾ ਪ੍ਰਭੂ ਯਿਸੂ ਮਸੀਹ ਸੀ ਉਹ ਹੈਰਾਨ ਹੋ ਗਿਆ ਕਿ ਕਿੰਨਾ ਵਿਸ਼ਵਾਸ ਹੈ ਇਸ ਇਨਸਾਨ ਦੇ ਵਿੱਚ ਕਿ ਸਿਰਫ ਇੱਕ ਸ਼ਬਦ ਬੋਲਣ ਤੇ ਇਹਦਾ ਨੌਕਰ ਚੰਗਾ ਹੋ ਜਾਵੇ। ਏਦਾਂ ਦਾ ਵਿਸ਼ਵਾਸ ਮੈਂ ਪੂਰੇ ਇਜ਼ਰਾਈਲ ਦੇ ਵਿੱਚ ਵੀ ਨਹੀਂ ਦੇਖਿਆ। Amen. Jesus did not say this in verse 4 when he had made a request. Jesus said this in verse 9 when he said, just speak a word. And today we are going to pray and we are going to speak a word in your situation in Jesus' name so that it will change. Hallelujah. ਹੁਣ ਪ੍ਰਭੂ ਯਿਸੂ ਮਸੀਹ ਨੇ ਜਿਹੜਾ ਇਹ ਇੱਕ ਜਿਹੜਾ ਸ਼ਬਦ ਸੀ, ਉਹ ਜਾਂ ਹੈਰਾਨ ਹੋਣ ਵਾਲੀ ਗੱਲ ਚੌਥੇ ਆਇਤ ਦੇ ਵਿੱਚ ਨਹੀਂ ਬੋਲੀ, ਬਲਕਿ ਉਹਨੇ 9ਵੀਂ ਆਇਤ ਦੇ ਵਿੱਚ ਬੋਲੀ। ਕਿਉਂ? ਕਿਉਂਕਿ ਉਸ ਸਮੇਂ ਸੂਬੇਦਾਰ ਨੇ ਵਿਸ਼ਵਾਸ ਕਰਕੇ ਕਿਹਾ ਕਿ ਤੇਰਾ ਇੱਕ ਸ਼ਬਦ ਹੀ ਬੋਲਦੇ ਕਿ ਮੇਰਾ ਨੌਕਰ ਚੰਗਾ ਹੋ ਜਾਵੇਗਾ। ਉਸ ਚੀਜ਼ ਨੇ ਪ੍ਰਭੂ ਯਿਸੂ ਮਸੀਹ ਨੂੰ ਹੈਰਾਨ ਕੀਤਾ। Amen. And then in verse 10, when the messenger who had come to Jesus to
tell him all these things, because he sent the Jewish elders first, but then he sent a messenger to say, please do not come, just speak a word. So when the messenger went back, he told his master at what time Jesus said that his servant should be healed, and at that very time that the word Jesus spoke into the servant's life, that was the very moment that the servant had got healed. Hallelujah. ਜਿਹੜੇ ਯਹੂਦੀ ਬਜ਼ੁਰਗਾਂ ਨੂੰ ਭੇਜਿਆ ਗਿਆ ਸੀਗਾ ਪ੍ਰਭੂ ਯਿਸੂ ਮਸੀਹ ਦੇ ਕੋਲੇ, ਠੀਕ ਹੈ, ਜਦੋਂ ਉਹਨਾਂ ਨੂੰ ਇਹ ਭੇਜਿਆ ਗਿਆ ਕਿ ਸਿਰਫ ਇੱਕ ਸ਼ਬਦ ਬੋਲਣ ਦੇ ਲਈ ਹੀ ਕਹੋ ਯਿਸੂ ਮਸੀਹ ਨੂੰ, ਤਾਂ ਜਦੋਂ ਉਹ ਵਾਪਸ ਸੂਬੇਦਾਰ ਦੇ ਕੋਲੇ ਉਹਦੇ ਘਰੇ ਆਏ, ਉਹਦਾ ਨੌਕਰ ਚੰਗਾ ਪਾਇਆ, ਤਾਂ ਸੂਬੇਦਾਰ ਨੇ ਪੁੱਛਿਆ ਕਿ ਕਿਸ ਘੜੀ ਸੀ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਇਹ ਲਫ਼ਜ਼ ਬੋਲਿਆ ਸੀਗਾ ਕਿ ਜਾ ਤੇਰਾ ਨੌਕਰ ਚੰਗਾ ਹੋ ਜਾ ਗਿਆ ਏ। ਤਾਂ ਜਦੋਂ ਉਸ ਯਹੂਦੀ ਬਜ਼ੁਰਗਾਂ ਨੇ ਉਹਨੂੰ ਟਾਈਮਿੰਗ, ਮਤਲਬ ਉਹ ਘੜੀ ਦੱਸੀ, ਕਿਸ ਘੜੀ ਬੋਲਿਆ ਗਿਆ, ਤਾਂ ਉਸੇ ਘੜੀ ਹੀ ਉਹਦਾ ਜਿਹੜਾ ਨੌਕਰ ਸੀ ਸੂਬੇਦਾਰ ਦਾ, ਉਹਦੇ ਘਰੇ ਉਹ ਚੰਗਾ ਹੋਣਾ ਸ਼ੁਰੂ ਹੋ ਗਿਆ ਸੀਗਾ। आमेन। बेअंत कौर वर्ष 10 पढ़ सकती है? ਹਾਂਜੀ ਹਾਂਜੀ, ਆਪ ਜੀ ਕੱਢ ਕੇ। ਜਿਹੜੇ ਲੋਕ ਯਸ਼ੂ ਕੋਲ ਭੇਜੇ ਗਏ ਸਨ, ਜਦੋਂ ਉਹ ਘਰ ਨੂੰ ਵਾਪਸ ਚਲੇ ਗਏ ਤਾਂ ਉਹਨਾਂ ਨੇ ਵੇਖਿਆ ਕਿ ਨੌਕਰ ਰਾਜੀ ਹੋ ਗਿਆ ਸੀ। ਆਮੀਨ। Amen. 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 In English, it is little bit different. When it says that the very moment that Jesus had spoken, they found out that the same time that the servant got healed. I think Punjabi is a little bit different. ਪੰਜਾਬੀ ਦੇ ਵਿੱਚ ਥੋੜਾ ਜਿਹਾ ਘੱਟ ਲਿਖਿਆ ਗਿਆ, ਇੰਗਲਿਸ਼ ਦੇ ਵਿੱਚ ਬੜੇ ਬਰੀਫਲੀ ਲਿਖਿਆ ਗਿਆ। ਉਹਦੇ ਵਿੱਚ ਕੀ ਲਿਖਿਆ ਗਿਆ ਕਿ ਜਿਸ ਘੜੀ ਹੀ ਪ੍ਰਭੂ ਯਿਸੂ ਮਸੀਹ ਨੇ ਉਹ ਲਫ਼ਜ਼ ਬੋਲਿਆ ਸੀ, ਸ਼ਬਦ ਬੋਲਿਆ ਸੀ, ਤਾਂ ਜਿਹੜਾ ਨੌਕਰ ਸੀ ਘਰ ਦੇ ਵਿੱਚ, ਉਸੇ ਹੀ ਘੜੀ ਹੀ ਚੰਗਾ ਹੋਣਾ ਸ਼ੁਰੂ ਹੋ ਗਿਆ ਸੀ, ਜਦੋਂ ਉਹਨਾਂ ਨੇ ਜਾ ਕੇ ਦੇਖਿਆ, ਉਹਨੂੰ ਪਾਇਆ। Amen. Amen. So today I want to ask you, do you have faith like the Subedar, like the ਤੇ ਅੱਜ centurion? ਮੈਂ ਤੁਹਾਨੂੰ ਪੁੱਛਣਾ ਕਿ ਤੁਹਾਡਾ ਵਿਸ਼ਵਾਸ ਹੈ ਉਹ ਸੂਬੇਦਾਰ ਦੀ ਤਰ੍ਹਾਂ, Or are you still making bintiyan or requests like verse 3, or are you in verse 9? I want ਹਾਂਜੀ you to, ਹਾਂਜੀ, Amen. I want you to come into verse 9, not stay in verse 3. ਹੁਣ ਮੈਂ ਚਾਹੁੰਦਾ ਤੁਹਾਨੂੰ ਕਿ ਤੁਸੀਂ ਤੀਜੇ ਵਰਸ ਦੇ ਵਿੱਚ ਬੇਨਤੀਆਂ ਨਾ ਕਰਦੇ ਰਹੋ, ਬਲਕਿ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਹਾਲਾਤਾਂ ਨੂੰ 9ਵੀਂ ਆਇਤ ਦੇ ਮੁਤਾਬਕ ਲੈ ਕੇ ਆਓ ਕਿ ਯਿਸੂ ਦੇ ਨਾਮ ਦੇ ਵਿੱਚ ਇੱਕ ਸ਼ਬਦ ਬੋਲੋ ਕਿ ਉਹ ਤੁਹਾਡੇ ਵਿਸ਼ਵਾਸ ਦੇ ਆਧਾਰ ਤੇ ਉਸਨੂੰ ਚੰਗਾ Sorry, verse 8, not verse 9, verse 8. ਇਹ 8ਵੀਂ ਆਇਤ ਦੇ ਵਿੱਚ ਜਿਵੇਂ ਲਿਖਿਆ ਕਿ ਇੱਕ Amen. ਸ਼ਬਦ ਬੋਲਿਆ ਜਾਵੇ। So if you are ready for verse 8, then we are ready to go into verse 10 straight away. Hallelujah. ਅਗਰ ਤੁਸੀਂ 8ਵੀਂ ਆਇਤ ਦੇ ਵਿੱਚੋਂ ਕਿ ਇੱਕ ਲਫ਼ਜ਼ ਯਿਸੂ ਦੇ ਸੁਣਨ ਲਈ ਤਿਆਰ ਬੈਠੇ ਹੋ ਕਿ ਚੰਗਾ ਹੋ ਜਾਊ ਸਾਰਾ ਕੁਝ, ਤਾਂ ਤੁਸੀਂ 8ਵੀਂ ਆਇਤ ਤੋਂ ਸਿੱਧਾ 10ਵੀਂ ਆਇਤ ਦੇ ਵਿੱਚ ਜਾ ਕੇ ਉਸ ਬਰਕਤ ਨੂੰ ਲੈ ਸਕਦੇ ਹੋ। Amen. Of course, we are sending our messenger to you, Pastor Daigo. That will also happen. But we want you to rise up in faith in the name of Jesus. Hallelujah. ਇਹ ਗੱਲ ਵੱਖਰੀ ਹੈ ਕਿ ਅਸੀਂ ਜਿਹੜੇ ਖੁਦਾ ਦੇ ਦਾਸ ਮੈਸੇਂਜਰ ਨੇ, ਜਿਵੇਂ ਕਿ ਪਾਸਟਰ ਡੈਗੋ ਨੂੰ ਵੀ ਹੁਣ ਆ ਰਹੇ ਨੇ, ਉਹ ਅਸੀਂ ਭੇਜਦੇ ਹਾਂ, ਪਰ ਇੱਥੇ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੇ ਵਿਸ਼ਵਾਸ ਨੂੰ ਕੀ ਹੈ ਹੋਰ ਵਧਾ ਕੇ ਉਹਦੇ ਵਿੱਚ ਕੰਮ ਕਰੋ। And we try to come to you because we know that you have faith. That's why we come. That God honors your faith and He sends us to you. And we have got now a friendship, and you are joined to us as a family in the spirit. ਇਹ ਵੀ ਗੱਲ ਖਾਸ ਹੈ, ਠੀਕ ਹੈ, ਕਿ ਤੁਹਾਡਾ ਜਿਹੜਾ ਵਿਸ਼ਵਾਸ ਹੈ ਉਹ ਵਿਸ਼ਵਾਸ ਦੇ ਕਰਕੇ ਹੀ ਪਰਮੇਸ਼ਰ ਸਾਨੂੰ ਤੁਹਾਡੇ ਕੋਲੇ ਭੇਜ ਰਿਹਾ ਕਿ ਤੁਹਾਡਾ ਵਿਸ਼ਵਾਸ ਅਸੀਂ ਉਸਨੂੰ ਹੋਰ ਮਜ਼ਬੂਤ ਬਣਾ ਸਕੀਏ। ਤੇ ਇਸੇ ਕਰਕੇ ਇੱਕ ਸਾਡਾ ਖਾਸ ਰਿਸ਼ਤਾ ਵੀ ਹੈ ਤੁਹਾਡੇ ਨਾਲ, ਦੋਸਤੀ ਦਾ, ਕਿ ਅਸੀਂ ਉਸ ਰਿਸ਼ਤੇ ਨੂੰ ਵੀ ਕਾਇਮ ਕਰ ਸਕੀਏ ਤੇ ਤੁਹਾਨੂੰ ਮਿਲ ਸਕੀਏ। Amen. Amen. So we are going to pray, and we are going to ask each one to give us an update, and we will speak the word today. We are going to speak the word into your life. ਅੱਜ ਅਸੀਂ ਹੁਣ ਪ੍ਰਾਰਥਨਾਵਾਂ ਦੇ ਵੱਲ ਜਦੋਂ ਜਾਵਾਂਗੇ ਤਾਂ ਅਸੀਂ ਉੱਥੇ ਸਭ ਨੂੰ ਇਹੀ ਬੇਨਤੀਆਂ ਕਰਾਂਗੇ ਇੱਕੋ, ਕਿ ਸਾਰੇ ਜਿਹੜੇ ਆਪਣਾ ਸ਼ਬਦ ਆ ਉਹ ਸ਼ਬਦ ਬੋਲਣਗੇ, ਨਾ ਕਿ ਜਿਹੜੀ ਬੇਨਤੀ ਆ ਉਹ ਬੇਨਤੀ ਕਰਨਗੇ। Amen. Amen. ਆਮੀਨ।